ਹਸਪਤਾਲ 'ਚ ਬੱਚਾ ਮੇਰਾ ਗਵਾਹ ਕਰਦਾ ਨਾ ਸਮਾਨ। ਅੱਛਾ, ਤੁਹਾਨੂੰ ਅਜੇ ਤੱਕ ਨਹੀਂ ਮਿਲਿਆ? ਸਾਨੂੰ ਕੋਈ ਨਹੀਂ ਮਿਲਿਆ ਉਹਨਾਂ ਨੂੰ ਏਡੀਆਂ ਬੇਖੁਦੀਆਂ ਗੱਲਾਂ ਬਣਾਉਣ ਲੱਗਿਆ, ਉਹਨਾਂ ਨੂੰ ਸ਼ਰਮ ਵੀ ਨਹੀਂ ਆਈ ਵੀ ਅਸੀਂ ਇੰਨਾ ਹੀ ਨਾ ਝੂਠ ਛਾੜ ਰਹੇ ਆ। ਵੇਖੋ ਪਿਸ਼ਾਬ ਕੋ ਅੱਜ ਤੀਕ ਉਹਦੀ ਕਹਾਣੀ ਸੁਣੀ ਜੇ, ਵਾਲ ਕਾਂਟੇ ਵੇਖ, ਸਾਨੂੰ ਤੇ ਦੱਸਣ ਲੱਗਿਆ ਸ਼ਰਮ ਆਉਂਦੀ ਏ ਤੂੰ ਉਹਨਾਂ ਨੂੰ ਕਹਾਣੀ ਫਲਾਣ ਲੱਗਿਆ ਸ਼ਰਮ ਨਹੀਂ ਆਈ। ਸਾਡੇ ਝੂਠ ਝੂਠ ਫਰੇਬੀਆਂ ਕਹਿੰਦੀ ਉਹ ਛੁਰੀਆਂ ਮਾਰ ਕੇ ਹਸਪਤਾਲ ਲੱਗੀ ਜਾਂਦੀ ਸਾਜੇ, ਕਦੀ ਉਹ ਸਰਫ ਪੀ ਕੇ, ਕਦੀ ਉਹ ਜੇਲੀ ਤਲਾਕਾਂ ਸਾਨੂੰ ਬਣਾ ਕੇ 5 ਲੱਖ ਰੁਪਈਆ ਲਿਖ ਕੇ ਸਾਨੂੰ ਜੇਲੀ ਤਲਾਕਾਂ ਦੇ ਦਿੱਤੀਆਂ। ਸਾਡੀ ਵੀ ਰੱਬ ਮਦਦ ਕਰਦਾ ਰਿਹਾ ਸੀ। ਫਿਰ ਸਾਡੇ ਮੇਰੇ ਬੱਚੇ 2 ਵਾਰੀ ਲੱਤ ਟੁੱਟੀ ਹੈ, 2 ਵਾਰੀ ਇਹਨੇ ਲਵਾਰਸ ਕਰਕੇ ਹਸਪਤਾਲ 60 ਜਾਣਾ ਸੀ, ਲਿਆ ਕੇ ਇਲਾਜ ਲੂਜ ਕਰਾਉਣਾ, ਉਹਨੂੰ ਸਹੀ ਕਰਨਾ, ਉਹਨੂੰ ਨੌਕਰੀ 'ਤੇ ਲਵਾਉਣਾ, ਇਹਨੇ ਆ ਜਾਣਾ ਕਰਨਾ ਮੈਂ ਪੇਕੇ ਛੱਡ ਆਈ ਹਾਂ, ਮਾਂ ਪਿਓ ਭੈਣਾਂ ਭਰਾ ਛੱਡ ਆਈ ਹਾਂ, ਹੁਣ ਮੈਨੂੰ ਰੱਖ ਲਓ, ਮੈਨੂੰ ਮਾफ़ी दे दो, मेरा भी निक्का जिहा बेटा हसन जे। अस्सलाम वालेकुम नाज़रीन, आपका मेज़बान मुदस्सिर आपके खिदमत में हाज़िर है और आप देख रहे हैं मुदस्सिर की बातें। देखते हैं सुनते गाने को मुदस्सिर का सलाम। जन्नत नूर का केस सोशल मीडिया पर बहुत ज़्यादा वायरल है। अब उसमें मुख्तलिफ सोशल मीडिया एक्टिविस्ट और सहाफ़ियों ने उनकी राय ली, जन्नत के घर वालों ने। अब ये उस्मान के वालदा वालिद हैं, यानी लड़के वालों के वालदा वालिद हैं। इनसे बात करेंगे। अब ये जो बयानात हैं, ये बातें हैं, वो इनकी राय है। अब इनका राय देना भी हक है सोशल मीडिया पर। अस्सलाम वालेकुम माँ जी। वालेकुम अस्सलाम। माँ जी, ਤੁਹਾਡਾ ਉਸਮਾਨ ਨਾਲ ਕੀ ਤਲਕ ਹੈ? ਮੇਰਾ ਬੇਟਾ ਉਸਮਾਨ। ਬੇਟਾ ਉਸਮਾਨ ਹੈ। अस्सलाम वालेकुम। ਵਾਲੇਕੁਮ। ਤੁਸੀਂ ਵਾਲਦ ਸਾਹਿਬ ਹੋ? हाँ जी। ਵਾਲਦ ਸਾਹਿਬ। ਅੱਛਾ ਮਾਂ ਜੀ, ਦੇਖੋ ਸੋਸ਼ਲ ਮੀਡੀਆ ਤੇ ਜੰਨਤ ਨੂਰ ਦੇ ਨਾਲ ਤੁਸੀਂ ਜ਼ੁਲਮ ਕੀਤਾ ਹੈ, ਉਹਨਾਂ ਦੇ ਬਕੌਲ, ਇਹ ਉਹਨਾਂ ਦੀ ਰਾਏ ਹੈ, ਤੇ ਅੱਜ ਦਾ ਪ੍ਰੋਗਰਾਮ ਇੰਟਰਵਿਊ ਇਹ ਤੁਹਾਡੀ ਰਾਏ ਹੈ। तो मैंने दसो ये सारा मामला है कि ये जुल्म होया भी, ये नहीं होया, अगर होया तो क्यों होया? ਜ਼ੁਲਮ ਕੋਈ ਨਹੀਂ ਹੋਇਆ, ਐਕਸੀਡੈਂਟ ਹੋਇਆ ਜੇ। ਮੰਨਤ ਦੀ ਦਵਾ ਲੈਣ ਗਏ ਨੇ ਤੇ ਬਸ ਉੱਥੇ ਰਾਸਤੇ 'ਚ ਐਕਸੀਡੈਂਟ ਹੀ ਹੋਇਆ। ਐਕਸੀਡੈਂਟ ਹੋਇਆ, ਮੋਟਰਸਾਈਕਲ ਤੋਂ ਪਿੱਛੇ ਜੰਪ ਆਇਆ ਤੇ ਪਿੱਛੇ ਗਿਰ ਗਈ ਹੈ। ਜੰਨਤ ਗਿਰੀ, ਉਹਦੀ ਬੇਟੀ ਗਿਰੀ ਹੈ, ਅਸਮਾਨ ਤੇ ਜਿਹੜਾ ਹਸਨ ਹੈ ਤੇ ਮੋਟਰਸਾਈਕਲ ਨਹੀਂ ਡਿੱਗੀ। ਫਿਰ ਉਹਨਾਂ ਵੇਖਿਆ ਵੀ ਜੰਨਤ ਜਿਹੜੀ ਇਹਨਾਂ ਥੱਲੇ ਗਿਰ ਗਈ ਹੈ, ਤੇ ਫਿਰ ਉਹਨਾਂ ਪਕੜੀ ਪਕੜੀ ਹੈ ਤੇ ਹਸਪਤਾਲ ਲੈ ਗਏ ਨੇ। ਸਿਵਲ 'ਚ ਅੱਗੋਂ ਉਹਨਾਂ ਜਰਨਲ 'ਚ ਭੇਜ ਦਿੱਤਾ। ਜਰਨਲ ਸੁਬਾਹ ਨੂੰ ਅਸੀਂ ਵੀ ਪਤਾ ਪੁਤਾ ਖਬਰ ਲੈਣ ਗਏ ਹਾਂ, ਅਸੀਂ ਰਾਤ ਵੀ ਭੱਜੇ ਭੁੱਜਿਆ, ਸਾਡੇ ਕੋਲ ਨਹੀਂ ਪਹੁੰਚਿਆ ਗਿਆ। ਤੇ ਵੇਖੋ ਸਾਡੇ ਘਰ ਤੇ ਮਰਦ ਵੀ ਕੋਈ ਨਹੀਂ, ਆ ਜੇ ਬਿਮਾਰ ਏ ਤੇ ਮੇਰਾ ਬੇਟਾ ਸਮਾਨ ਇੱਕ ਹੀ ਜੇ, ਤੇ ਅਸੀਂ ਦੋਵੇਂ ਮਾਵਾਂ ਧੀਆਂ। ਫਿਰ ਸੁਬਾਹ ਮੇਰੀ ਬੇਟੀ ਜਿਹੜੀ ਕੁੜੀ ਵਾਲੀ ਉਹ ਵੀ ਨਾਲ ਗਈ, ਤਿੰਨੇ ਅਸੀਂ ਗਈਆਂ ਵਾ ਜਾ ਕੇ ਖਬਰ ਲਈ। ਸਾਰਾ ਦਿਨ ਅਸੀਂ ਉੱਥੇ ਰਹੇ ਹਾਂ, ਸਾਰਾ ਦਿਨ ਰਹੇ ਹਾਂ। ਫਿਰ ਬਾਅਦ ਦੇ ਵਿੱਚ ਉਹਨੂੰ ਨਾ ਮਤਲਬ ਆਪਰੇਸ਼ਨ ਕਰਕੇ ਬਾਹਰ ਨਿਕਾਲਿਆ ਨੇ। ਫਿਰ ਅਸੀਂ ਉਹਨੂੰ ਵੇਖੀ ਹਾਲਤ ਹੁਲਤ ਵੇਖ ਕੇ ਫਿਰ ਅਸੀਂ ਮਾਂ ਨੂੰ ਉਹਦੀ ਨੂੰ ਆਖਿਆ ਸੀ ਵੀ ਅਸੀਂ ਹੁਣ ਜਾ ਰਹੇ ਹਾਂ। ਤੇ ਫਿਰ ਇੱਕ ਦਿਨ ਛੱਡ ਕੇ ਫਿਰ ਸਾਡੇ ਬੱਚੇ ਨੇ ਫੋਨ ਕੀਤਾ, ਅੰਮੀ ਪੈਸੇ ਕੋਈ ਨਹੀਂ, ਤੇ ਬੜੀ ਮੇਰੀ ਬਿਸ਼ਤੀ ਕਰਦੀਆਂ ਨੇ, ਬੜੀਆਂ ਗੱਲਾਂ ਕਰਦੀਆਂ ਨੇ, ਮੈਨੂੰ ਪੈਸੇ ਦੇ ਕੇ ਜਾਓ। ਫਿਰ ਅਸੀਂ ਪੈਸੇ 10,000 ਰੁਪਇਆ ਦੇ ਕੇ ਅਸੀਂ ਰਾਤ ਵੀ ਰਹੇ ਹਾਂ ਉੱਥੇ, ਰਾਤ ਵੀ ਰਹੇ ਹਾਂ। ਤੇ ਸਾਡਾ ਬੇਟਾ ਵੀ ਸਾਡੇ ਨਾਲ ਹੀ ਮਤਲਬ ਉੱਥੇ ਕੋਲ ਹੀ ਸਾਡੇ ਸੁੱਤਾ ਚਟਾਈ ਦੇ ਉੱਤੇ। ਤੇ ਫਿਰ ਉਹਨੂੰ ਕਦੀ ਅਸਮਾਨ ਨੂੰ ਆਉਂਦੀਆਂ ਨੇ ਤੂੰ ਘਰ ਚਲਾ ਜਾ, ਕਦੀ ਮੇਰੀ ਬੇਟੀ ਨੂੰ ਆਉਂਦੀਆਂ ਨੇ ਘਰ ਚਲੇ ਜਾਓ ਤੁਸੀਂ। ਅਸੀਂ ਆਖਿਆ ਅਸੀਂ ਜਿਸ ਮਕਸਦ ਵਾਸਤੇ ਆਏ ਹਾਂ ਅਸੀਂ ਹਸਪਤਾਲ ਹੀ ਰਹਿਣਾ, ਅਸੀਂ ਸਾਨੂੰ ਕਿ ਤੁਹਾਡੇ ਘਰ ਜਾਣ ਦਾ ਫਾਇਦਾ ਕੀ ਹੈ। ਤੇ ਫਿਰ ਸੁਬਾਹ ਦਿਨ ਚੜ੍ਹਿਆ ਆਇਆ ਤੇ ਮੈਂ ਨਮਾਜ਼ ਪੜ੍ਹੀ ਹੈ, ਨਮਾਜ਼ ਪੜ੍ਹ ਕੇ ਮੈਂ ਜੰਨਤ ਨੂੰ ਇੱਕ ਵਾਰ ਵੇਖ ਲਈਏ। ਤੇ ਵੇਖਣ ਗਏ ਹਾਂ ਤੇ ਅੱਗੋਂ ਮੈਨੂੰ ਉਹਦੀ ਭੈਣ ਮੈਨੂੰ ਆਂਦੀ ਏ, ਮੇਰੀ ਬੇਟੀ ਆਂਦੀ ਅੰਮੀ ਕੁਛ ਸਿਫਾਰਿਸ਼ ਕੋ ਨਹੀਂ ਹਸਪਤਾਲ 'ਚ, ਕੁਛ ਸਿਫਾਰਿਸ਼ ਕੋ ਨਹੀਂ ਹਸਪਤਾਲ 'ਚ। ਤੇ ਮੈਂ ਕਿਹਾ ਪਤਾ ਨਹੀਂ ਇਹਨਾਂ ਦੀ ਸਿਫਾਰਿਸ਼ ਹੋਵੇ ਦੀ, ਜਿਹੜਾ ਜਲਦੀ ਨਾਲ ਆਪਰੇਸ਼ਨ ਹੋ ਗਿਆ, ਜਲਦੀ ਨਾਲ ਆਪਰੇਸ਼ਨ ਹੋ ਗਿਆ, ਸਿਫਾਰਿਸ਼ ਹੋਵੇ ਦੀ। ਮੈਨੂੰ ਨਹੀਂ ਸੀ ਪਤਾ ਸੀਰੀਅਸ ਮਤਲਬ ਸੀਰੀਅਸ ਮਰੀਜ਼ ਤੇ ਤਾਂ ਕਰਕੇ ਜਲਦੀ ਕਰਤਾ, ਮੈਨੂੰ ਸਾਨੂੰ ਬੁੱਢਿਆਂ ਨੂੰ ਕੀ ਪਤਾ ਹੈ। ਤਾਂ ਅੱਗੋਂ ਮੈਨੂੰ ਕਰ ਦਈਏ, ਮੈਂ ਤੁਹਾਡਾ ਕੁਛ ਸਿਫਾਰਿਸ਼ੀ ਇੱਥੇ ਹੈਗਾ ਹੈ। ਆਂਦੀ ਆਹੋ ਹੈਗਾ ਜਮਾਦਾਰ ਨੂੰ ਬੁਲਾ ਕੇ ਆਂਦੀ ਇੱਧਰ ਆ ਸਾਡਾ ਸਿਫਾਰਿਸ਼ੀ ਹੈਗਾ ਹੈ। ਤੇ ਆਂਦਾ ਨਹੀਂ ਅੰਮਾ ਜੀ ਇੱਥੇ ਸਿਫਾਰਿਸ਼ ਤੋਂ ਬਗੈਰ ਨਹੀਂ ਕੰਮ ਹੁੰਦਾ, ਇੱਥੇ ਸਿਫਾਰਿਸ਼ ਤੋਂ ਬਗੈਰ ਇੱਥੇ ਉਸ ਤਰ੍ਹਾਂ ਹੀ ਕੰਮ ਹੁੰਦਾ, ਸਿਫਾਰਿਸ਼ ਨਾਲ ਨਹੀਂ ਹੁੰਦਾ। ਤੇ ਮੈਨੂੰ ਅੱਗੋਂ ਆਂਦੀ ਏ ਕੋਈ ਪੇਸ਼ੈਂਟ ਆਈ ਕੋਈ ਲਿਆ ਤੇਰਾ ਵੀ ਕਰਾ ਦਿਆਂ, ਤੇਰੀਆਂ ਕੁੜੀਆਂ ਦੇ ਵੀ ਕਰਾ ਦਿਆਂ, ਇਸ ਤਰ੍ਹਾਂ ਮੈਨੂੰ ਆਖਣ ਲੱਗ। ਕੌਣ ਕਹਿ ਰਹੀ ਹੈ? ਮੈਨੂੰ ਆ ਰਹੀ ਹੋਈ ਜੰਨਤ ਦੀ ਭੈਣ ਨੋਸ਼ੀ। ਅੱਛਾ ਮੈਨੂੰ ਇਹ, ਅੱਛਾ ਮਾਂ ਜੀ, ਇਹ ਤੁਹਾਡੇ ਹਸਪੀਟਲ ਦੇ ਮਾਮਲਾਤ ਨੇ, ਉਹਨਾਂ ਦਾ ਜਿਹੜੀ ਹਾਲਤ ਇਸ ਟਾਈਮ ਜੰਨਤ ਦੀ ਹੈ, ਉਹ ਹਾਲਤ ਐਕਸੀਡੈਂਟ ਨਾਲ ਹੋਈ ਹੈ? ਐਕਸੀਡੈਂਟ ਨਾਲ ਹੀ ਹੋਈ, ਐਕਸੀਡੈਂਟ ਨਾਲ। ਬਕਾਇਦਾ ਵੀਡੀਓ ਹੈ ਤੁਹਾਡੇ ਕੋਲ? ਵੀਡੀਓ ਹੈ ਵੇ, ਸੀਸੀਟੀਵੀ। ਉਹ ਐਕਸੀਡੈਂਟ ਕਿੱਥੇ ਹੋਇਆ? ਸਾਰਾ ਕੁਝ ਹੋਇਆ ਹੈ ਕਿੱਥੇ? ਉੱਥੇ ਚਿੜਨੜ ਹਸਪਤਾਲ ਗਏ ਨੇ ਬੱਚਿਆਂ ਦੇ। ਐਕਸੀਡੈਂਟ ਕਿਹੜੀ ਜਗ੍ਹਾ ਤੇ ਉਹਨਾਂ ਦਾ ਹੋਇਆ? ਉਸੇ ਰੋਡ ਦੇ ਉੱਤੇ ਹੀ ਹੋਇਆ, ਉੱਥੇ ਜੰਪ ਆਇਆ ਰਸਤੇ ਦੇ ਵਿੱਚ। ਤੇ ਵੇਖੋ ਅੱਲਾਹ ਤਾਲਾ ਦੀ, ਵੇਖੋ ਆਸ-ਪਾਸ ਵੀ ਤੇ ਹੋ ਹੀ ਸਕਦਾ ਸੀ ਨਾ, ਕੈਮਰੇ ਥੱਲੇ ਹੋਇਆ ਵੇਖੋ ਐਕਸੀਡੈਂਟ। ਇਹ ਅੱਲਾਹ ਤਾਲਾ ਨੇ ਸਾਡੇ ਤੇ ਨਾ ਮੁਸੀਬਤ ਪਾਣੀ ਸੀ ਤੇ ਅੱਲਾਹ ਸਾਨੂੰ ਬਚਾਉਣਾ ਸੀ।
ਅੱਛਾ ਮੈਨੂੰ ਇਹ ਦੱਸੋ ਮਾਂ ਜੀ ਕਿ ਦੇਖੋ ਲੜਾਈ ਝਗੜੇ ਹਰ ਘਰ 'ਚ ਇਹ ਸ਼ੁਰੂ ਤੋਂ ਆ ਰਹੇ ਨੇ, ਕੋਈ ਨਵੀਂ ਗੱਲ ਨਹੀਂ, ਲੇਕਿਨ ਜੰਨਤ ਜਿਹੜੀ ਨੂਰ ਹੈ ਇਹ ਤੁਹਾਡੇ ਤੇ ਇੰਜ ਦੇ ਇਲਜ਼ਾਮਾਤ ਕਿਉਂ ਲਾਏਗੀ, ਆਪਣੇ ਹਸਬੰਡ ਤੇ ਜਾਂ ਤੁਹਾਡੇ ਤੇ ਕਿਉਂ ਲਾਏਗੀ? ਪਤਾ ਨਹੀਂ, ਉਹ ਅੱਲਾ ਬਿਹਤਰ ਜਾਣੇ ਉਹਨਾਂ ਦੇ ਦਿਮਾਗ 'ਚ ਕੀ ਇੱਕ। ਅਸੀਂ ਇਹ ਸਾਫ ਸੀਧੇ ਸਾਦੇ ਬੰਦੇ, ਸੱਚੇ ਬੰਦੇ ਆ। ਸਾਡੇ ਝੂਠ ਝੂਠ ਫਰੇਬੀਆਂ ਕਹਿੰਦੀ ਉਹ ਛੁਰੀਆਂ ਮਾਰ ਕੇ ਹਸਪਤਾਲ ਲੱਗੀ ਜਾਂਦੀ ਸਜੇ, ਕਦੀ ਉਹ ਸਰਫ ਪੀ ਕੇ, ਕਦੀ ਉਹ ਜੇਲੀ ਤਲਾਕਾਂ ਸਾਨੂੰ ਬਣਾ ਕੇ 5 ਲੱਖ ਰੁਪਈਆ ਲਿਖ ਕੇ ਸਾਨੂੰ ਜੇਲੀ ਤਲਾਕਾਂ ਦੇ ਦਿੱਤੀਆਂ। ਸਾਡੀ ਵੀ ਰੱਬ ਮਦਦ ਕਰਦਾ ਰਿਹਾ ਸੀ। ਫਿਰ ਮੇਰੇ ਬੱਚੇ ਦੀ 2 ਵਾਰੀ ਲੱਤ ਟੁੱਟੀ ਹੈ, 2 ਵਾਰੀ ਇਹਨੇ ਨੇ ਲਵਾਰਸ ਕਰਕੇ ਹਸਪਤਾਲ 60 ਜਾਣਾ ਸੀ, ਲਿਆ ਕੇ ਇਲਾਜ ਲੂਜ ਕਰਾਉਣਾ, ਉਹਨੂੰ ਸਹੀ ਕਰਨਾ, ਉਹਨੂੰ ਨੌਕਰੀ 'ਤੇ ਲਵਾਉਣਾ, ਇਹਨੇ ਆ ਜਾਣਾ ਕਰਨਾ ਮੈਂ ਪੇਕੇ ਛੱਡ ਆਈ ਹਾਂ, ਮਾਂ ਪਿਓ ਭੈਣਾਂ ਭਰਾ ਛੱਡ ਆਈ ਹਾਂ, ਹੁਣ ਮੈਨੂੰ ਰੱਖ ਲਓ, ਮੈਨੂੰ ਮਾफ़ੀ ਦੇ ਦਿਓ, ਮੇਰਾ ਵੀ ਨਿੱਕਾ ਜਿਹਾ ਬੇਟਾ ਹਸਣ ਜੇ ਤੇ ਮੈਨੂੰ ਰੱਖ ਲਓ। ਇਹ ਜਦੋਂ ਸਾਰਾ ਮਾਮਲਾ ਹੋਇਆ ਸੋਸ਼ਲ ਮੀਡੀਆ ਤੇ ਜੰਨਤ ਨੂਰ ਆਈ, ਉਹ ਬੱਚੇ ਦਾ ਇੱਕ ਬਿਆਨ ਹੈ। ਬੱਚੇ ਵੇਖੋ ਬੜੇ ਗੈਰ ਸਿਆਸੀ ਹੁੰਦੇ ਨੇ, ਬੱਚੇ ਇਹਨਾਂ ਮਾਮਲਾਂ 'ਚ ਨਹੀਂ ਪੈਂਦੇ, ਬੜੇ ਸਾਦੇ ਹੁੰਦੇ ਨੇ। ਉਹ ਬੱਚਾ ਤਾਂ ਤੁਹਾਡੇ ਹੱਕ 'ਚ ਬਿਆਨ ਨਹੀਂ ਦੇ ਰਿਹਾ, ਤੁਸੀਂ ਇਸ ਬਾਰੇ ਕੀ ਕਹਿੰਦੇ ਹੋ? ਬੱਚਾ ਸਾਡੇ ਹੱਕ ਇਸ ਤੋਂ ਨਹੀਂ ਦੇ ਰਿਹਾ, ਸ਼ੁਰੂ ਤੋਂ ਹੀ ਉਹਨੂੰ ਬੱਚੇ ਨੂੰ ਸਾਡੇ ਨਾਲ ਲੱਗਣ ਦਿੱਤਾ ਹੀ ਨਹੀਂ, ਸਾਡੇ ਤੋਂ ਦੂਰ ਹੀ ਰੱਖਿਆ, ਸਾਡੇ ਤੋਂ ਦੂਰ। ਮੈਂ ਤਰਸਦੀ ਹੁੰਦੀ ਸਾਂ ਬੱਚੇ ਨੂੰ ਵੀ ਮੇਰੇ ਕੋਲ ਆਵੇ, ਮੈਨੂੰ ਤਾਂ ਪਿਆਰ ਨਹੀਂ ਸੀ ਮੇਰੇ ਕੋਲ ਲੈਂਦਾ। ਮੈਂ ਹੁਣ ਅੱਗੇ ਸਿਰ ਕਰਨਾ, ਮੈਂ ਪਿਆਰ ਉਹਨੂੰ ਦੂਰ ਭੱਜ ਜਾਣਾ ਕਰਨਾ, ਮੇਰੇ ਕੋਲ ਤਾਂ ਪਿਆਰ ਵੀ ਨਹੀਂ ਸੀ ਲੈਂਦਾ। ਉਹਨਾਂ ਸ਼ੁਰੂ ਤੋਂ ਹੀ ਸਾਡੇ ਤੋਂ ਨਾ ਨਫ਼ਰਤ 'ਚ ਰੱਖਿਆ ਵੀ ਇਹ ਮਤਲਬ ਦਾਦੀ ਦਾਦੇ ਨਾਲ ਪਿਆਰ ਨਾ ਕਰੇ, ਤੇ ਦੂਰ ਦੂਰ ਰੱਖਿਆ, ਲੜਾਈਆਂ ਝਗੜੇ ਕਰਨੇ। ਤੇ ਬਸ ਜਿਹੜੀ ਹਸਨ ਨੇ ਜੋ ਵੀ ਗੱਲਾਂ ਬਣਾਈਆਂ ਨੇ, ਕਹਾਣੀਆਂ ਬਣਾਈਆਂ ਨੇ, ਝੂਠ ਸਾਡੇ 'ਤੇ ਇੱਕ ਜ਼ੁਲਮ ਦਾ ਨਾ ਕਹਿਰ ਗਿਰਾਇਆ ਗਿਆ। ਅੱਛਾ ਮੈਨੂੰ ਹੁਣ ਦੱਸੋ, ਸਾਰਾ ਸਿਨੈਰੀਓ ਹੁਣ ਪਹੁੰਚ ਚੁੱਕਿਆ ਹੈ, ਹੁਣ ਆਖਰਕਾਰ ਅਦਾਰੇ ਕਿੱਥੇ ਤੱਕ ਪਹੁੰਚੇ ਨੇ, ਮੁਤਲਕਾ ਥਾਣੇ ਨੇ ਕੀ ਕਾਰਵਾਈ ਕੀਤੀ ਹੈ, ਦੱਸੋ ਜ਼ਰਾ। ਥਾਣੇ ਨੇ ਕੋਈ ਸਾਡੇ ਤੇ ਪਰਚੇ ਕਰਵਾਏ ਗਏ ਨੇ, ਮੇਰੇ ਤੇ ਮੇਰੀਆਂ ਬੇਟੀਆਂ ਦੇ 6 ਬੰਦਿਆਂ ਸਾਡਿਆਂ ਦੇ ਜਿਹੜੇ ਸਮਾਨ ਦੇ 200 ਸਨ ਨਾ, ਉਹਨਾਂ ਤੇ ਵੀ ਪਰਚੇ ਕਰਾਏ ਗਏ ਨੇ। ਤੇ ਮੇਰੀਆਂ ਬੇਟੀਆਂ 2 ਤੇ ਮੇਰੇ ਜਵਾਈ ਤੇ 6 ਬੰਦਿਆਂ ਦੇ ਪਰਚੇ ਹੋਏ ਨੇ। ਅਸੀਂ ਕਰਾਉਂਦੇ ਫਿਰਨੇ ਆ, ਜ਼ਮਾਨਤਾਂ ਕਰਵਾਈਆਂ ਨੇ, ਅਸੀਂ ਇੰਨਾ ਪੈਸਾ ਲਾਉਂਦੇ ਫਿਰਨੇ। ਗੱਲਾਂ ਕਰਦੇ ਨੇ ਕਿ ਸਾਡੇ ਤੇ ਬੜਾ ਜ਼ੁਲਮ, ਬੜੀ ਜ਼ਿਆਦਤੀ, ਮਾਰਿਆ ਗਿਆ, ਕੋਈ ਵਾਲ ਛਾਲ ਕੱਟੇ ਗਏ, ਪਤਾ ਨਹੀਂ ਕੀ ਗੱਲਾਂ ਨੇ, ਇਹਦੇ ਬਾਰੇ ਕੀ ਕਹਿੰਦੇ ਹੋ? ਵੇਖੋ ਉਹਨਾਂ ਨੂੰ ਐਡੀਆਂ ਬੇਹੂਦੀਆਂ ਗੱਲਾਂ ਬਣਾਉਣ ਲੱਗਿਆ, ਉਹਨਾਂ ਨੂੰ ਸ਼ਰਮ ਵੀ ਨਹੀਂ ਆਈ ਵੀ ਅਸੀਂ ਇੰਨਾ ਹੀ ਨਾ ਝੂਠ ਛਾਲ ਰਹੇ ਹਾਂ। ਵੇਖੋ ਪਿਸ਼ਾਬ ਕੋ ਅੱਜ ਤੀਕਰ ਉਹਦੀ ਕਹਾਣੀ ਸੁਣੀ ਜੇ, ਵਾਲ ਕਾਂਟੇ ਵੇ, ਸਾਨੂੰ ਤੇ ਦੱਸਣ ਲੱਗਿਆ ਸ਼ਰਮ ਆਉਂਦੀ ਏ, ਤਾਂ ਉਹਨਾਂ ਨੂੰ ਕਹਾਣੀ ਫੈਲਾਉਣ ਲੱਗਿਆ ਸ਼ਰਮ ਨਹੀਂ ਆਈ। ਅੱਛਾ ਬਜ਼ੁਰਗੋ, ਵਾਲਦ ਨੇ ਇਹ ਵਾਲ ਸਾਹਿਬ, ਕਿਹੜੀ ਤੁਸੀਂ ਬਿਮਾਰੀ ਹੈ ਤੁਹਾਨੂੰ ਕੋਈ ਹੈ? ਇਹ ਫਾਜ਼ਲ ਦੀ। ਤੁਹਾਨੂੰ ਫਾਲਜ ਹੈ? ਫਾਲਜ ਦੇ ਮਰੀਜ਼ ਹੋ? ਹਾਂਜੀ ਤੁਹਾਡੀ ਪ੍ਰੋਪਰ ਰਿਪੋਰਟਾਂ ਸਭ ਕੁਝ ਹੈ? ਹਾਂਜੀ ਤੁਹਾਡੇ ਤੇ ਵੀ ਕਾਫੀ ਗੱਲਾਂ ਕੀਤੀਆਂ ਗਈਆਂ ਨੇ ਕਿ ਤੁਸੀਂ ਵੀ ਕੋਈ ਜ਼ੁਲਮ ਕੀਤਾ ਹੈ, ਤੇ ਤੁਸੀਂ ਦੱਸੋ ਇਸ ਬਾਰੇ ਕੀ ਕਹਿੰਦੇ ਹੋ? ਜ਼ੁਲਮ ਤਾਂ ਕੋਈ ਨਹੀਂ ਕੀਤਾ, ਐਵੇਂ ਵਾਰੀ ਪਾ ਗਏ ਨੇ, ਬਾਹਰ ਸਮਝ ਨਾ ਆ ਗਈ ਤੇ ਮਰਨ ਨੂੰ ਨਵਾਜ਼ ਫਿਰ ਸਾਡੀ ਮਦਦ फिर मात्र के साथ करना। अब मैंने इस केस पे ये पहला प्रोग्राम किया है इनकी राय लेने के लिए, इनसे सही से बोला भी नहीं जा रहा। आप सुन लें, ये मरीज़ हैं, पेशेंट हैं, ठीक है, तो आप इस पे थोड़ा सा अंदाज़ा कर सकते हैं कि ये अगर किसी के साथ जुल्म करना चाहें तो किस हद तक या किस तरह कर सकते हैं, ठीक हो गया। अच्छा ये शादी मां जी ये लव मैरिज सी या ਤੁਹਾਡੀ ਘਰਾਂ ਦੀ ਰਾਏ ਸੀ ਦੋਵਾਂ ਦੀ? ਬਸ ਨਾ ਜੰਨਤ ਦਾ ਜਿਹੜਾ ਅੱਬੂ ਵੀ ਉਹ ਵੀ ਬਾਹਰ ਦੇ ਮੁਲਕ ਸਾਊਦੀਆ ਸੀ, ਮੇਰਾ ਮੀਆਂ ਵੀ ਸਾਊਦੀਆ 'ਚ ਸੀ, ਤੇ ਉੱਥੇ ਇਹਨਾਂ ਨੇ ਨਾ ਕਰੀਮ ਬੱਚੇ ਮੇਰੇ ਦੀ ਤਸਵੀਰ ਵੇਖ ਲਈ, ਤੇ ਉਸ ਤੋਂ ਬਾਅਦ ਤਸਵੀਰ ਵੇਖ ਕੇ ਉਹਨੇ ਕਿਹਾ ਵੀ ਮੇਰੇ ਘਰ ਤੂੰ, ਉਹਨੇ ਸਿਰਫ ਨੰਬਰ ਦਿੱਤਾ ਹੈ ਆਪਣਾ ਵੀ ਮੇਰੇ ਘਰ ਤੂੰ ਜ਼ਰੂਰ ਜਾਣਾ ਹੈ। ਤੇ ਇਹਨੂੰ ਮੈਂ ਬੜਾ ਮਨਾ ਕੀਤਾ, ਆਪਣੇ ਮੀਆਂ ਨੂੰ ਬੜਾ ਨਹੀਂ ਜਾਣਾ ਨਹੀਂ ਜਾਣਾ, ਤੇ ਇਹਨੂੰ ਉਹਨਾਂ ਕਿਹੜਾ ਕੋਈ ਸਮਾਨ ਸਮੂਨ ਦਿੱਤਾ ਜਿਹੜਾ ਦੇਣ ਜਾਏਦਾ, ਜਾਂ ਉਹਨਾਂ ਨੂੰ ਬੁਲਾ ਲੈ ਇੱਥੇ, ਨਹੀਂ ਮੈਂ ਜਾਣਾ, ਨਾਲ ਬੇਟੇ ਨੂੰ ਵੀ ਲੈ ਗਿਆ। ਤੇ ਉੱਥੇ ਜਾ ਕੇ ਅਸੀਂ ਰਿਸ਼ਤਾ ਲੈਣਾ। ਫਿਰ ਬੇਟੀ ਜਿਹੜੀ ਇਹਨਾਂ ਦੀ ਜੰਨਤ ਹੈ ਨਾ, ਜੰਨਤ ਆਖਿਆ ਸੀ ਮੈਂ ਸਮਾਨ ਤੋਂ ਬਗੈਰ ਰਹਿ ਨਹੀਂ ਸਕਦੀ, ਮੈਂ ਸ਼ਾਦੀ ਸਮਾਨ ਨਾਲ ਹੀ ਕਰਨੀ ਹੈ। ਫਿਰ ਉਹਨੇ ਆਖਿਆ ਮੈਂ ਆਪਣੇ ਭੈਣਾਂ ਭਰਾ ਛੱਡਦਿਆਂ ਦੀ, ਮਾਂ ਪਿਓ ਛੱਡਦਿਆਂ ਤੁਸੀਂ ਮੇਰਾ ਰਿਸ਼ਤਾ ਲੈ ਲਵੋ। ਅੱਛਾ ਮਾਂ ਜੀ ਇਹ ਮਤਲਬ ਰਿਸ਼ਤਾ ਵੱਡਿਆਂ ਦੀ ਰਜ਼ਾਮੰਦੀ ਨਾਲ ਹੋਇਆ, ਠੀਕ ਹੋ। ਅੱਛਾ ਮੈਨੂੰ ਦੱਸੋ, ਹੁਣ ਤੁਹਾਡਾ ਪਾਕਿਸਤਾਨ ਦੇ ਅਦਾਰੇ ਵੇਖ ਰਹੇ ਨੇ, ਸਾਡੇ ਅਦਾਰੇ ਇੰਨੇ ਕਮਜ਼ੋਰ ਨਹੀਂ ਕਿ ਕੋਈ ਵੀ ਆ ਕੇ ਝੂਠੀ ਗੱਲ ਕਰਕੇ ਤੇ ਕਿਸੇ ਦੇ ਖਿਲਾਫ ਖੜਾ ਹੋ ਜਾਏ। ਅਦਾਰੇ ਬਹੁਤ ਮਜ਼ਬੂਤ ਨੇ, ਬੜਾ ਅੱਛਾ ਕੰਮ ਕਰ ਰਹੇ ਨੇ, ਬੜੀਆਂ ਮਿਸਾਲਾਂ ਸਾਹਮਣੇ ਨੇ। CCD IG ਪੰਜਾਬ, CM ਸਾਹਿਬ ਸਾਡੀ ਪੰਜਾਬ ਦੀ ਮਾਂ ਹੈ, ਕੀ ਕਹਿਣਾ ਚਾਹੁੰਦੇ ਹੋ? ਅਸੀਂ ਗੱਲਾਂ ਇਹੋ ਚਾਹੁੰਦੇ ਹਾਂ ਵੀ ਹੱਕ ਦੀ ਆਵਾਜ਼ ਹੋਣੀ ਚਾਹੀਦੀ। ਝੂਠ ਜਿਹੜਾ ਨਾ, ਝੂਠ ਨੂੰ ਇਹਨੂੰ ਨਾ ਦਫਨ ਕਰਨਾ ਚਾਹੀਦਾ, ਝੂਠ ਨੂੰ ਦਫਨ ਕਰਨਾ ਚਾਹੀਦਾ। ਹੱਕ ਦੀ ਆਵਾਜ਼, ਸੱਚ ਦੀ ਆਵਾਜ਼ ਬੋਲੋ। ਰਹਿਮਾਨ ਹਰ ਟਾਈਮ ਨਾਲ ਹੈ, ਉਹਦੇ ਘਰ 'ਚ ਕਿਸੇ ਚੀਜ਼ ਦੀ ਕਮੀ ਨਹੀਂ, ਉਹਦੇ ਕੋਲ ਮੰਗ ਕੇ ਤੇ ਵੇਖੋ, ਅੱਲਾ ਦਿੰਦਾ ਹੈ।
ਅਸੀਂ ਬਸ ਸੋਹਣੇ ਰੱਬ ਦੇ ਹੀ ਮੰਗਤੇ ਆ, ਉਹਦੇ ਕੋਲ ਹੀ ਮੰਗਨੇ ਆ, ਉਹਦਾ ਹੀ ਖਾਣੇ ਆ। ਹਸਪਤਾਲ 'ਚ ਬੱਚਾ ਮੇਰਾ ਗਵਾਹ ਕਰਦਾ ਨਾ ਸਮਾਨ, ਅੱਛਾ, ਤੁਹਾਨੂੰ ਅਜੇ ਤੱਕ ਨਹੀਂ ਮਿਲਿਆ? ਸਾਨੂੰ ਕੋਈ ਨਹੀਂ ਮਿਲਿਆ ਮੁਲਿਆ। ਇਹ ਤੁਸੀਂ ਗੱਲ ਕਿਵੇਂ ਕਹਿ ਸਕਦੇ ਹੋ? ਗੱਲ ਹੀ ਸੁਣ ਅਸੀਂ ਕਹਿ ਸਕਨੇ, ਅਸੀਂ ਵੀ ਗਏ ਆ, ਬੱਚਾ ਮੇਰਾ ਉੱਥੇ ਵੇ ਪੈਸੇ ਨਹੀਂ ਦੇ ਕੇ ਆਇਆ ਸੀ। ਫਿਰ ਬਾਅਦ ਇਹ ਸਾਡੀ ਗਲੀ ਦੇ ਗਏ ਨੇ, ਉਸਮਾਨ ਦੀ ਗਲੀ 'ਚ ਰਹਿਣ ਵਾਲੇ, ਉਸਮਾਨ ਦੇ ਦੋਸਤ ਖਬਰ ਵਾਸਤੇ ਗਏ ਨੇ, ਉਹਨਾਂ ਉਸਮਾਨ ਨੂੰ ਫੋਨ ਕੀਤਾ ਵੀ ਅਸੀਂ ਆ ਰਹੇ ਹਾਂ ਜੰਨਤ ਦੀ ਖਬਰ ਵਾਸਤੇ। ਤੇ ਉਹਨੇ ਆਖਿਆ, ਉਸਮਾਨ ਨੇ ਆਖਿਆ ਤੁਸੀਂ ਆ ਜਾਓ, ਮੈਂ ਇੱਥੇ ਹੀ ਹਾਂ, ਹਸਪਤਾਲ ਹੀ ਹਾਂ। ਜਿਸ ਵੇਲੇ ਪਹੁੰਚੇ ਨੇ ਤੇ ਜਿਹੜਾ ਹਸਪਤਾਲ 'ਚ ਸਮਾਨ ਕੋਈ ਨਹੀਂ ਗਾ। ਤੇ ਉਹਨਾਂ ਆਖਿਆ ਸਮਾਨ ਕਿੱਥੇ ਗਿਆ ਹੈ? ਘਰ ਵਾਲਿਆਂ ਨੇ ਪੁੱਛਿਆ, ਆਂਦਾ ਉਹ ਕੱਪੜੇ ਚੇਂਜ ਕਰਨ ਗਿਆ ਘਰ, ਕੱਪੜੇ ਚੇਂਜ ਘਰ ਕਰਨ ਗਿਆ ਹੈ ਉਹ। ਤੇ ਉਹਨਾਂ ਆਖਿਆ ਵੇਖ ਲਓ ਸਮਾਨ ਕਿੱਡਾ ਗਲਤ ਨਿਕਲਿਆ ਹੈ, ਸਾਨੂੰ ਆਂਦਾ ਤੁਸੀਂ ਆ ਜਾਓ। ਤੇ ਅਸੀਂ ਆਏ ਹਾਂ ਤੇ ਅੱਗੋਂ ਉਹਨਾਂ ਟੁਰ ਗਿਆ। ਮਤਲਬ ਕਿ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਤੁਹਾਡਾ ਬੇਟਾ ਉਸਮਾਨ ਇਹਨਾਂ ਅਗਵਾ ਕੀਤਾ? ਇਹਨਾਂ ਅਗਵਾ ਕੀਤਾ, ਇਹਨਾਂ ਮੁਤਲਕਾ ਥਾਣੇ ਐਪਲੀਕੇਸ਼ਨ ਦਿੱਤੀ? ਅਸੀਂ ਐਪਲੀਕੇਸ਼ਨ ਵਾਸਤੇ ਉਹਨਾਂ ਦੀ ਨਿਬੇੜਨੇ, ਸਾਡੇ ਦੇ ਉਹਨਾਂ ਪਰਚੇ ਕਰਾ ਦਿੱਤੇ ਨੇ। ਅਸੀਂ ਉਹ ਅਦਾਰੇ ਕੋਲ ਜਾਓ, ਅਦਾਰੇ ਨੂੰ ਦੱਸੋ ਕਿ ਤੁਹਾਡਾ ਬੇਟਾ। ਅਦਾਰੇ ਨੂੰ ਦੱਸਿਆ ਕੁਝ ਕਰਦੇ ਤੇ ਫਿਰ ਨੇ, ਅੱਲਾਹ ताला मदद करे बस। ले जी, ये उस्मान के वालिद साहब थे और ये वालदा हैं, ये वालिद साहब थे उस्मान के लड़के वालों के, और उन्होंने अपना मौक़िफ़ दिया। ये जो बयानात थे वो इनकी राय थी, और बज़ाहिर हमारे अदारे इतने कमज़ोर नहीं है, कोई बंदा भी आके सोशल मीडिया पे झूठ बोले और वो पकड़ में ना आए। अगर ये झूठे हैं, इन पे FIR, इन पे अमल दरामद हो, हम इसमें हक़ में हैं। अगर वो झूठे हैं तो उन पे हमारे अदारे कार्रवाई करें। इसी के साथ अपने मेज़बान मुदस्सिर को इजाज़त दें। अल्लाह के बाद।